Hello everyone, welcome to Victor's Knowledge. This is Chinu Sharma, and today in this lecture, I am going to take up next part from our important series on current affair revision. So ਜਿੰਨੇ ਵੀ series ਦੇ ਮੈਂ ਪਾਠ ਕਰਵਾਉਂਗੀ ਇਹ ਸਾਰੇ ਤੁਸੀਂ ਜ਼ਰੂਰ ਧਿਆਨ ਦੇ ਨਾਲ ਕਰਕੇ ਜਾਣੇ ਨੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ most important MCQs ਨੇ current affair ਨੇ ਸੋ ਮੈਂ ਤੁਹਾਡੇ ਨਾਲ ਉਹ ਦੁਬਾਰਾ ਤੋਂ ਰਿਵਾਈਜ਼ ਕਰ ਰਹੀ ਹਾਂ ਸੋ ਆਲਮੋਸਟ ਇਹਦੇ 8 to 10 ਪਾਰਟਸ ਹੋਣਗੇ ਜਿਨ੍ਹਾਂ ਦੇ ਜਿੰਨੇ ਵੀ ਟੋਟਲ MCQ ਬਣਨਗੇ ਤੁਸੀਂ ਸਾਰੇ ਜ਼ਰੂਰ ਕਰਕੇ ਜਾਓ ਇਹਨਾਂ ਦੀ PDFs ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਨਾਲ ਦੇ ਨਾਲ ਸ਼ੇਅਰ ਕਰ ਦਿੰਦੀ ਹਾਂ ਸੋ ਜਿਹੜੇ ਵੀ ਸਟੂਡੈਂਟਸ ਨੇ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਜੁਆਇਨ ਨਹੀਂ ਕੀਤਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਗਿਵਨ ਹੈ ਉਹਦੇ ਥਰੂ ਜਾ ਕੇ ਆਪ ਟੈਲੀਗ੍ਰਾਮ ਲਿੰਕ ਨੂੰ ਜੁਆਇਨ ਕਰੋ ਆਲਸੋ if you're visiting my channel for the first time please do subscribe to it, share it with your friends and family. So starting with our part 6, first question है Diksha web portal ਕਿਹੜੀ यूनियन ਦੀ ministry ਦੇ ਨਾਲ associated है? So Diksha web portal है Ministry of Education ਦੇ ਨਾਲ related option A. So exam ਦੇ ਲਈ ਇਹਦੀ full form ਵੀ ਕਾਫੀ important ਹੈ that is Digital Information for Knowledge Sharing. So Digital Information for Knowledge Sharing. Moving further, next question is Union Jal Shakti Minister has approved rupees 465 crore performance incentive to how many states in India? So Union Jal Shakti Minister ਜਿਹੜੀ water sanitation ਦੇ ਨਾਲ related ਹੈ ਇਹਨੇ total 465 crore performance incentive ਦੇ ਤੌਰ ਤੇ ਦਿੱਤਾ ਹੈ ਕੁੱਲ 7 states ਨੂੰ option A. Next is which state has the largest number of old vehicles in India as per recent road ministry data? So ਜਿਹੜੀ state ਦੇ ਅੰਦਰ ਸਭ ਤੋਂ ਜ਼ਿਆਦਾ ਪੁਰਾਣੇ vehicles ਨੇ ਉਹ ਹੈ ਕਰਨਾਟਕਾ option C. Which country has proposed to introduce self-driving car by the end of 2021? So ਆਪਣੇ ਆਪ ਚੱਲਣ ਵਾਲੀਆਂ cars ਜਿਹੜੀ country ਨੇ ਇਹਨੂੰ ਲੈ ਕੇ ਇੱਕ proposal introduce ਕੀਤਾ ਹੈ ਉਹ ਹੈ UK United Kingdom option C. ਤੇ ਇਹ question exam ਦੇ ਲਈ ਬਹੁਤ ਹੀ ਜ਼ਿਆਦਾ important ਹੈ. Next is where is the Central Institute of Brackish Water Aquaculture SIBA located? So SIBA ਹੈ ਚੇਨਈ ਦੇ ਵਿੱਚ option D. Next is Central Mechanical Engineering Research Institute ਕਿਹੜੀ state ਦੇ ਵਿੱਚ located ਹੈ? So that is West Bengal option B. ਕਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜੀ ਗਲੋਬਲ ਜੈਂਡਰ ਗੈਪ ਰਿਪੋਰਟ ਰਿਲੀਜ਼ ਕਰਦੀ ਹੈ ਸੋ ਬਹੁਤ ਵਾਰੀ ਰੈਂਕ ਦੀ ਬਜਾਏ ਇਹ ਪੁੱਛਿਆ ਜਾਂਦਾ ਕਿ ਕਿਹੜੀ ਆਰਗੇਨਾਈਜੇਸ਼ਨ ਦੇ ਦੁਆਰਾ ਅਲੱਗ-ਅਲੱਗ ਇੰਡੈਕਸ ਹੋ ਗਏ ਰਿਪੋਰਟਸ ਹੋ ਗਿਆ ਰਿਲੀਜ਼ ਕੀਤੀਆਂ ਜਾਂਦੀਆਂ ਨੇ ਸੋ ਇਹਨਾਂ ਦੇ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਹਰ ਪੇਪਰ ਦੇ ਵਿੱਚ ਤੁਸੀਂ 2 ਤੋਂ 3 ਕੁਐਸਚਨ ਕਰੰਟ ਅਫੇਅਰ ਦੇ ਇਹਨਾਂ ਦੇ ਹੀ ਰਿਲੇਟਡ ਐਕਸਪੈਕਟ ਕਰ ਸਕਦੇ ਹੋ ਚਾਹੇ ਰੈਂਕ ਪੁੱਛਿਆ ਜਾਵੇ ਇਹ ਲੇਟੈਸਟ ਇੰਡੈਕਸਿਸ ਦਾ ਰਿਪੋਰਟ ਦਾ ਚਾਹੇ ਤੁਹਾਨੂੰ ਇਸ ਤਰੀਕੇ ਦੇ ਨਾਲ ਆਰਗੇਨਾਈਜੇਸ਼ਨ ਪੁੱਛੀ ਜਾਵੇ ਸੋ ਜਿਹੜੀ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਗਲੋਬਲ ਜੈਂਡਰ ਗੈਪ ਰਿਪੋਰਟ ਰਿਲੀਜ਼ ਕਰਦੀ ਹੈ ਉਹ ਹੈ ਵਰਲਡ ਇਕਨੋਮਿਕ ਫੋਰਮ ਆਪਸ਼ਨ ਏ ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਤੁਸੀਂ ਐਗਜ਼ਾਮ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ ਹੁਣ ਜਿਵੇਂ ਇਸੇ ਕੁਐਸਚਨ ਦੀ ਤੁਸੀਂ ਐਗਜ਼ਾਮਪਲ ਦੇਖ ਲਓ ਉਰੇ ਤੁਹਾਨੂੰ ਲਿਖਿਆ ਹੋਇਆ which international organization ਸੋ ਜੇ ਤੁਹਾਨੂੰ ਕੋਈ ਵੀ ਆਪਸ਼ਨਸ ਦੇ ਵਿੱਚੋਂ ਨੈਸ਼ਨਲ ਲੈਵਲ ਦੀ ਆਰਗੇਨਾਈਜੇਸ਼ਨ ਹੈ ਮੰਨ ਲਓ ਉਰੇ IMF ਦੀ ਜਗ੍ਹਾ ਤੇ ਨੀਤੀ ਲਿਖਿਆ ਹੁੰਦਾ ਨੀਤੀ ਆਯੋਗ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਨੈਸ਼ਨਲ ਲੈਵਲ ਦੀ ਹੈ ਉਸ ਆਪਸ਼ਨ ਨੂੰ ਤੁਸੀਂ ਬਿਲਕੁਲ ਵੀ ਦੇਖਣਾ ਵੀ ਨਹੀਂ ਉਹਨੂੰ ਇੱਕ ਵਾਰੀ ਦੇਖ ਕੇ ਕਿ ਨੈਸ਼ਨਲ ਲੈਵਲ ਦੀ ਹੈ ਕ੍ਰਾਸ ਕਰ ਦਿਓ ਇਸੇ ਤਰੀਕੇ ਦੇ ਨਾਲ ਬਾਈ ਚਾਂਸ ਕਿਸੇ ਸਟੂਡੈਂਟ ਨੂੰ ਆਨਸਰ ਨਹੀਂ ਵੀ ਪਤਾ ਤੁਸੀਂ ਉਹਦੇ 50-50 ਵਾਲੀ ਆਪਸ਼ਨ ਜਿਵੇਂ ਮੋਸਟਲੀ ਨੈਗੇਟਿਵ ਮਾਰਕਿੰਗ ਵਾਲੇ ਕੁਐਸਚਨ ਦੇ ਵਿੱਚ ਆਪਾਂ ਤੁੱਕਾ ਨਹੀਂ ਉੱਥੇ ਲਗਾ ਸਕਦੇ ਜਦੋਂ ਤੱਕ ਤੁਸੀਂ 50% ਜਾਂ 50 to 75% ਸ਼ੋਰ ਨਹੀਂ ਹੋ ਸੋ ਉੱਥੇ ਕੀ ਹੈ ਆਪਾਂ ਨੂੰ ਆਪਸ਼ਨਸ ਨੂੰ ਡਿਡਕਟ ਕਰਨਾ ਪੈਂਦਾ ਹੈ ਸੋ ਬੈਸਟ ਚੀਜ਼ ਇਹੀ ਹੈ ਆਪਸ਼ਨਸ ਡਿਡਕਟ ਕਰਨ ਦੀ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ ਕਈ ਵਾਰੀ ਕੁਐਸਚਨ ਦੀ ਫਾਰਮ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਹਾਨੂੰ ਆਨਸਰ ਦੇ ਵਿੱਚ ਜੇ ਤੁਸੀਂ ਕੋਈ ਗੈਸ ਵਰਕ ਵੀ ਕਰਨਾ ਹੈ ਉਹਦੀ ਵੀ ਟ੍ਰਿਕ ਮਿਲ ਜਾਂਦੀ ਹੈ ਸੋ ਇਸ ਕੁਐਸਚਨ ਦਾ ਆਪਾਂ ਨੇ ਆਨਸਰ ਦੇਖ ਲਿਆ ਆਪਸ਼ਨ A. ਨੈਕਸਟ ਹੈ ਮਹੇਂਦਰਗਿਰੀ ਹਿਲ ਇਕੋਸਿਸਟਮ ਕਿਹੜੀ ਸਟੇਟ ਵਿੱਚ ਸਿਚੁਏਟਡ ਹੈ ਸੋ ਇਹ ਹੈ ਓਡੀਸ਼ਾ ਵਿੱਚ ਆਪਸ਼ਨ B. Which country has released world's first animal vaccine against novel coronavirus?
ਸੋ ਜਿਹੜੇ ਦੇਸ਼ ਨੇ ਪਹਿਲੀ ਐਨੀਮਲ ਵੈਕਸੀਨ ਰਿਲੀਜ਼ ਕੀਤੀ ਹੈ ਕਰੋਨਾ ਵਾਇਰਸ ਦੇ ਅਗੇਂਸਟ, ਉਹ ਹੈ ਰਸ਼ੀਆ, ਆਪਸ਼ਨ ਬੀ। Next is the Mukti Jodha scholarship scheme is provided to the students of which country by the government of India? ਸੋ ਭਾਰਤ ਸਰਕਾਰ ਦੇ ਦੁਆਰਾ ਜਿਹੜੀ ਸਕਾਲਰਸ਼ਿਪ ਸਕੀਮ ਹੈ ਇਹ ਬੰਗਲਾਦੇਸ਼ ਦੇ ਸਟੂਡੈਂਟਸ ਨੂੰ ਦਿੱਤੀ ਜਾ ਰਹੀ ਹੈ, ਆਪਸ਼ਨ ਬੀ। ਨੈਕਸਟ ਹੈ ਕਿਹੜੀ ਮਿਨਿਸਟਰੀ ਨੇ ਨੈਸ਼ਨਲ ਰਜਿਸਟਰ ਡਰਾਈਵਿੰਗ ਲਾਇਸੈਂਸ ਦੇ ਲਈ ਇੰਟਰੋਡਿਊਸ ਕੀਤਾ ਹੈ? ਸੋ ਇਹਨੂੰ ਕੀਤਾ ਹੈ ਰੋਡ ਟਰਾਂਸਪੋਰਟ ਦੀ ਮਿਨਿਸਟਰੀ, ਆਪਸ਼ਨ ਏ। Next is which country has witnessed the full bloom of cherry blossom season earliest since 1400? So 1400 century ਤੋਂ ਬਾਅਦ ਜਿਹੜੇ ਦੇਸ਼ ਨੇ full bloom observe ਕੀਤਾ ਹੈ ਜਲਦੀ ਚੈਰੀ blossom season ਦਾ, ਉਹ ਹੈ ਜਾਪਾਨ, option C. So this is again very important question. As per OECD, which country stood at the top destination for FDI in 2020? So ਜਿਹੜੀ country foreign direct investment ਦੇ ਲਈ ਸਭ ਤੋਂ ਜ਼ਿਆਦਾ ਨੰਬਰ 1 ਤੇ destination ਰਹੀ ਹੈ ਸਾਲ 2020 ਦੀ, ਉਹ ਹੈ ਚਾਈਨਾ, option B. Which is the first non-Quad country with which India has announced to establish 2+2 dialogue at the foreign and defense minister level? ਸੋ ਆਮ ਤੌਰ ਤੇ ਕੀ ਹੈ ਜਿਹੜਾ 2+2 ਡਾਇਲੋਗ ਹੁੰਦਾ ਹੈ ਇਹ ਇੰਡੀਆ ਕੁਆਡ ਨੇਸ਼ਨ ਦੇ ਨਾਲ ਕਰਦਾ। ਸੋ ਪਹਿਲੀ ਵਾਰੀ ਕਿਹੜਾ ਇਹੋ ਜਿਹਾ ਨਾਨ ਕੁਆਡ ਕੰਟਰੀ ਹੈ ਜਿਹਦੇ ਨਾਲ ਇੰਡੀਆ ਨੇ ਇਸ ਡਾਇਲੋਗ ਦੀ ਅਨਾਉਂਸਮੈਂਟ ਕੀਤੀ ਹੈ? ਸੋ ਦੈਟ ਇਜ਼ ਰਸ਼ੀਆ, ਆਪਸ਼ਨ ਏ। ਪ੍ਰਣਤੀ ਨਾਇਕ ਇੱਕ ਇੰਡੀਅਨ ਸਪੋਰਟਸ ਪਰਸਨ ਹੈ ਜਿਨ੍ਹਾਂ ਨੇ ਟੋਕੀਓ 올림픽ਸ ਦੇ ਲਈ ਕੁਆਲੀਫਾਈ ਕੀਤਾ। ਸੋ ਕੁਐਸਚਨ ਹੈ ਕਿਹੜੀ ਸਪੋਰਟਸ ਦੇ ਲਈ ਕੁਆਲੀਫਾਈ ਕੀਤਾ? ਸੋ ਦ ਸਪੋਰਟਸ ਵਿਦ ਵਿਚ ਸ਼ੀ ਇਜ਼ ਰਿਲੇਟਡ ਇਜ਼ ਜਿਮਨਾਸਟਿਕ, ਆਪਸ਼ਨ ਬੀ। ध्रुव MK3MR ਕੀ ਹੈ? ਸੋ ਇੱਕ ਐਡਵਾਂਸ ਲਾਈਟ ਹੈਲੀਕਾਪਟਰ ਹੈ, ਆਪਸ਼ਨ ਬੀ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਡਿਫੈਂਸ ਰਿਲੇਟਡ ਕੁਐਸਚਨ ਨੇ ਉਹ ਸਾਰੇ ਤੁਹਾਨੂੰ ਜ਼ਰੂਰ ਐਗਜ਼ਾਮ ਦੇ ਲਈ ਪਤਾ ਹੋਣੇ ਚਾਹੀਦੇ ਆ। ਨੈਕਸਟ ਹੈ NHRC ਦੇ ਐਕਟਿੰਗ ਚੇਅਰਪਰਸਨ ਕੌਣ ਨੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ? ਸੋ ਉਹ ਨੇ PC ਪੰਤ, ਆਪਸ਼ਨ ਡੀ। ਐਨ ਪ੍ਰੋਟੀਨ ਰੀਸੈਂਟਲੀ ਇਹਦੀ ਇੱਕ ਫਾਊਂਡੇਸ਼ਨ ਕੀਤੀ ਗਈ ਹੈ, ਇਹਦੇ ਬਾਰੇ ਬਹੁਤ ਜ਼ਿਆਦਾ ਰਿਸਰਚ ਚੱਲ ਰਹੀ ਸੀ। ਸੋ ਇਹ ਕਿਹੜੀ ਚੀਜ਼ ਦੇ ਨਾਲ ਐਸੋਸੀਏਟਡ ਹੈ? ਸੋ ਐਨ ਪ੍ਰੋਟੀਨ ਜਿਹੜਾ ਮਿਲਿਆ ਹੈ ਇਹ ਹੈ ਕਰੋਨਾ ਵਾਇਰਸ ਦੇ ਨਾਲ ਰਿਲੇਟਡ, ਆਪਸ਼ਨ ਏ। ਨੈਕਸਟ ਹੈ ਕਿਹੜੀ ਆਰਗੇਨਾਈਜੇਸ਼ਨ ਨੇ ਬੀ ਦ ਬ੍ਰਾਂਡ ਐਂਬੈਸਡਰ ਆਫ ਟ੍ਰਾਈਬਸ ਇੰਡੀਆ ਲਾਂਚ ਕੀਤਾ ਹੈ? ਸੋ ਇਹ ਟੈਗਲਾਈਨ ਲਾਂਚ ਕੀਤਾ ਹੈ ਟ੍ਰਾਈਫੈਡ ਨੇ, ਆਪਸ਼ਨ ਸੀ। Which country has approved Qelbree, the first new drug for children with attention deficit hyperactivity disorder? ਸੋ ਇਹਦੇ ਲਈ ਬੱਚਿਆਂ ਦੇ ਲਈ ਪਹਿਲਾ ਨਵਾਂ ਡਰਗ ਕੈਲਬਰੀ ਅਪਰੂਵ ਕੀਤਾ ਹੈ ਅਮਰੀਕਾ ਨੇ, USA, option B. Next is International Day of Conscience celebrated by the United Nations. ਸੋ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ 5 ਅਪ੍ਰੈਲ ਨੂੰ। ਨੈਕਸਟ ਕੁਐਸਚਨ ਹੈ ਇੰਡੀਆ ਨੂੰ ਕਿਹਨੇ ਰੈਪਰੈਜ਼ੈਂਟ ਕੀਤਾ ਸੀ ਜਿਹੜੀ ਐਜੂਕੇਸ਼ਨ ਮਿਨਿਸਟਰਸ ਦੀ ਕੰਸਲਟੇਸ਼ਨ ਮੀਟਿੰਗ ਹੋਈ ਸੀ E9 ਕੰਟਰੀਜ਼ ਦੀ? ਸੋ ਇਹਦੇ ਵਿੱਚ ਇੰਡੀਆ ਨੂੰ ਰੈਪਰੈਜ਼ੈਂਟ ਕੀਤਾ ਸੰਜੇ ਧੋਤਰੇ, ਆਪਸ਼ਨ ਡੀ। ਅੰਡਰ ਦ ਇੰਟੀਗ੍ਰੇਟਿਡ ਹੈਲਥ ਇਨਫੋਰਮੇਸ਼ਨ ਪਲੇਟਫਾਰਮ IHIP ਜਿਹਨੂੰ ਹੈਲਥ ਮਿਨਿਸਟਰੀ ਨੇ ਲਾਂਚ ਕੀਤਾ, ਟੋਟਲ ਕਿੰਨੀਆਂ ਡਿਸੀਜ਼ਜ਼ ਬਿਮਾਰੀਆਂ ਟਰੈਕ ਕੀਤੀਆਂ ਗਈਆਂ? ਸੋ ਇਸ ਪਲੇਟਫਾਰਮ ਦੇ ਦੁਆਰਾ ਟੋਟਲ 33 ਬਿਮਾਰੀਆਂ ਡਿਸੀਜ਼ਜ਼ ਟਰੈਕ ਕੀਤੀਆਂ ਗਈਆਂ, ਆਪਸ਼ਨ ਡੀ। ਨੈਕਸਟ ਹੈ ਲੇਟੈਸਟ ਵਰਲਡ ਇਕਨੋਮਿਕ ਆਊਟਲੁੱਕ ਦੀ ਦੁਆਰਾ ਰਿਲੀਜ਼ ਕੀਤੇ ਗਏ ਜਿਹੜੇ IMF ਰਿਲੀਜ਼ ਕਰਦੀ ਹੈ ਇੱਕ ਰਿਪੋਰਟ ਅਪ੍ਰੈਲ 2021 ਦੀ, ਇਹਦੇ ਮੁਤਾਬਿਕ ਇੰਡੀਆ ਦਾ ਸਾਲ 2022 ਫਾਈਨੈਂਸ਼ੀਅਲ ਈਅਰ 2022 ਦੇ ਵਿੱਚ ਗਰੋਥ ਕਿੰਨੀ ਰਹਿਣ ਵਾਲੀ ਹੈ? ਸੋ ਅਲੱਗ-ਅਲੱਗ ਜਦੋਂ ਇਹ ਆਰਗੇਨਾਈਜੇਸ਼ਨ ਇੰਪੋਰਟੈਂਟ ਇਕਨੋਮਿਕ ਆਰਗੇਨਾਈਜੇਸ਼ਨ ਸਪੈਸ਼ਲੀ ਵਰਲਡ ਲੈਵਲ ਦੀਆਂ ਜਿੰਨੀਆਂ ਵੀ ਲੇਟੈਸਟ ਗਰੋਥ ਨੂੰ ਲੈ ਕੇ ਅਲੱਗ-ਅਲੱਗ ਕੰਟਰੀਜ਼ ਤੇ ਆਪਾਂ ਨੇ ਸਪੈਸ਼ਲੀ ਇੰਡੀਅਨ ਪਰਸਪੈਕਟਿਵ ਤੋਂ ਫੋਕਸ ਕਰਨਾ ਹੈ। ਜਿੰਨੇ ਵੀ ਗਰੋਥ ਰੇਟ ਹੁੰਦੇ ਨੇ ਨਿਊਜ਼ ਦੇ ਵਿੱਚ ਇਹ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਹੈ। ਸੋ ਲੇਟੈਸਟ ਅਪ੍ਰੈਲ 2021 ਦੇ ਵਿੱਚ ਜਿਹੜਾ ਵਰਲਡ ਇਕਨੋਮਿਕ ਆਊਟਲੁੱਕ ਆਇਆ ਸੀ ਜਿਹਨੂੰ ਰਿਲੀਜ਼ ਕੀਤਾ ਸੀ IMF ਨੇ, ਇਹਦੇ ਮੁਤਾਬਿਕ ਇੰਡੀਆ ਦੀ ਗਰੋਥ ਕਹੀ ਗਈ ਸੀ 12.5%। ਨੈਕਸਟ ਹੈ PM ਮੁਦਰਾ ਯੋਜਨਾ ਕਿਹੜੀ ਯੂਨੀਅਨ ਮਿਨਿਸਟਰੀ ਦੇ ਦੁਆਰਾ ਇੰਪਲੀਮੈਂਟ ਕਰਵਾਈ ਜਾ ਰਹੀ ਹੈ, ਲਾਗੂ ਕਰਵਾਈ ਜਾ ਰਹੀ ਹੈ? ਸੋ ਇਹ ਮਿਨਿਸਟਰੀ ਹੈ ਫਾਈਨੈਂਸ ਦੀ, ਮਿਨਿਸਟਰੀ ਆਫ ਫਾਈਨੈਂਸ, ਆਪਸ਼ਨ ਡੀ। Another important question, ਇੱਕ ਗਲੋਬਲ ਇੰਟਰਨੈਸ਼ਨਲ ਲੈਵਲ ਦਾ ਐਕਸਪੈਰੀਮੈਂਟ ਹੈ ਜਿਹਦੇ ਅੰਦਰ ਇਸ ਚੀਜ਼ ਨੂੰ ਮੈਜ਼ਰ ਕੀਤਾ ਜਾਂਦਾ ਹੈ ਕਿ ਕਿੰਨਾ ਅਸਰ ਪੈਂਦਾ ਹੈ ਜਦੋਂ ਆਪਾਂ ਐਂਬੀਐਂਟ ਹਿਊਮਨ ਸਾਊਂਡ ਨੂੰ ਘਟਾ ਦਿੰਦੇ ਹਾਂ ਓਸ਼ਨਸ ਦੇ ਵਿੱਚ। What is the name of global experiment which aims to measure
the impact of reduction in ambient human sound in ocean। ਸੋ ਉਹ ਹੈ ਆਪਸ਼ਨ ਡੀ, ਇਹਦਾ ਨਾਮ ਐਕਸਪੈਰੀਮੈਂਟ ਦਾ ਇੰਟਰਨੈਸ਼ਨਲ ਕੁਆਇਟ ਓਸ਼ੀਅਨ ਐਕਸਪੈਰੀਮੈਂਟ। Next is which institution is set to launch a handbook for online dispute resolution। ਸੋ ਆਪਸ ਵਿੱਚ ਬੈਠ ਕੇ ਜਿਹੜੇ ਮਸਲੇ ਨੇ ਉਹਨਾਂ ਨੂੰ ਸੁਲਝਾਇਆ ਜਾ ਸਕੇ ਬਿਨਾਂ ਕੋਰਟਸ ਵਿੱਚ ਗਏ, ਸੋ ਉਹਨੂੰ ਆਪਾਂ ਡਿਸਪਿਊਟ ਰੈਜ਼ੋਲੂਸ਼ਨ ਵੀ ਕਹਿ ਦਿੰਦੇ ਆ। ਤੇ ਇਹਦਾ ਇੱਕ ਆਨਲਾਈਨ ਜਿਹੜਾ ਤਰੀਕਾ ਹੈ ਕਿ ਤੁਸੀਂ ਘਰੇ ਬੈਠ ਕੇ ਆਪਣੀ ਜਗ੍ਹਾ ਤੇ ਬਿਨਾਂ ਕਿਤੇ ਫਿਜ਼ੀਕਲੀ ਗਏ ਆਨਲਾਈਨ ਆਪਣੇ ਜਿੰਨੇ ਵੀ ਤੁਹਾਡੇ ਮੁੱਦੇ ਨੇ ਉਹਨਾਂ ਨੂੰ ਸ਼ਾਂਤੀ ਦੇ ਨਾਲ ਸੁਲਝਾ ਸਕੋ, ਮੀਡੀਏਸ਼ਨ ਕਰ ਸਕੋ। ਸੋ ਇਹ ਇੰਸਟੀਟਿਊਸ਼ਨ ਜਿਹਨੇ ਇੱਕ ਹੈਂਡਬੁੱਕ ਰਿਲੀਜ਼ ਕੀਤੀ ਹੈ, ਇਹਦੇ ਬਾਰੇ ਸਾਰੀ ਜਾਣਕਾਰੀ ਜਿਹਦੇ ਵਿੱਚ ਦਿੱਤੀ ਹੈ ਉਹ ਹੈ ਨੀਤੀ ਆਯੋਗ, ਆਪਸ਼ਨ ਸੀ। Next is GINA, a WHO World Health Organization's collaborative organization, ਕਿਹੜੀ disease ਦੇ ਨਾਲ associated ਹੈ? ਸੋ ਇਹ ਹੈ ਅਸਥਮਾ ਦੇ ਨਾਲ related, option B। So this is Global Initiative for Asthma। What is S&P Global Rating New GDP Forecast? ਸੋ ਪਹਿਲਾਂ ਆਪਾਂ ਨੇ ਇਕਨੋਮਿਕ ਆਊਟਲੁੱਕ ਦਾ ਦੇਖਿਆ ਸੀ, ਹੁਣ ਆਪਾਂ ਗੱਲ ਕਰ ਰਹੇ ਹਾਂ S&P Global Rating ਦੇ ਮੁਤਾਬਿਕ ਨਵਾਂ GDP forecast ਸਾਲ 2021-22 ਦੇ ਲਈ ਕਿੰਨਾ ਸੀ? ਸੋ ਉਹ ਹੈ 9.8%, ਆਪਸ਼ਨ ਡੀ। ਬਿਯੋਂਡ ਵਿਜ਼ੂਅਲ ਲਾਈਨ ਆਫ ਸਾਈਟ ਐਕਸਪੈਰੀਮੈਂਟ ਕਿਹੜੇ ਵਹੀਕਲ ਦੇ ਨਾਲ ਐਸੋਸੀਏਟਡ ਹੈ? ਸੋ ਇਹ ਐਕਸਪੈਰੀਮੈਂਟ ਹੈ ਅਨਮੈਨਡ ਏਰੀਅਲ ਵਹੀਕਲ ਦੇ ਨਾਲ ਰਿਲੇਟਡ, ਆਪਸ਼ਨ ਸੀ। Next is what is the name of neutron star with mass ਜਿਹਦਾ ਭਾਰ ਹੈ ਐਟਲੀਸਟ ਸੂਰਜ ਦੇ ਨਾਲੋਂ 1.4 ਗੁਣਾ, with spin rapidly ਤੇ ਉਹ ਰੇਡੀਓ ਵੇਵ ਐਮਿਟ ਕਰਦਾ ਹੈ। ਸੋ ਇਹ ਨਿਊਟਰਨ ਸਟਾਰ ਦਾ ਨਾਮ ਹੈ ਪਲਸਰ, ਆਪਸ਼ਨ ਸੀ। ਕਿਹੜਾ ਮਹੀਨਾ ਹੈ ਜਿਹਨੂੰ ਕਮੈਮੋਰੇਟ ਕੀਤਾ ਗਿਆ ਅਮਰੀਕਾ ਦੇ ਅੰਦਰ ਐਸ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ ਹੈਰੀਟੇਜ ਮੰਥ? ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਤੇ ਇਹ ਮਹੀਨਾ ਹੈ ਮਈ ਦਾ, ਆਪਸ਼ਨ ਬੀ। ਪੈਸਕੋ ਇੱਕ ਡਿਫੈਂਸ ਇਨੀਸ਼ੀਏਟਿਵ ਹੈ, ਕਿਹੜੀ ਐਸੋਸੀਏਸ਼ਨ ਦੇ ਨਾਲ ਰਿਲੇਟਡ ਹੈ? ਪੈਸਕੋ ਦੀ ਫੁੱਲ ਫਾਰਮ ਵੀ ਕਾਫੀ ਵਾਰ ਐਗਜ਼ਾਮ 'ਚ ਦੇਖਣ ਨੂੰ ਮਿਲੀ ਹੈ, ਪਰਮਾਨੈਂਟ ਸਟਰਕਚਰਡ ਕੋਆਪਰੇਸ਼ਨ। ਸੋ ਦਿਸ ਇਜ਼ ਰਿਲੇਟਡ ਟੂ ਯੂਰੋਪੀਅਨ ਯੂਨੀਅਨ, ਆਪਸ਼ਨ ਸੀ। Next is which social media platform is a testing feature named tip jar? So ਕਿਹੜੇ social media platform ਇੱਕ ਟੈਸਟ ਕਰ ਰਿਹਾ ਹੈ ਇੱਕ ਨਵੇਂ ਫੀਚਰ ਨੂੰ tip jar ਨੂੰ, ਜਿਹੜਾ ਜਿੰਨੇ ਵੀ ਯੂਜ਼ਰ ਨੇ ਉਸ ਪਲੇਟਫਾਰਮ ਨੂੰ ਯੂਜ਼ ਕਰਨ ਵਾਲੇ ਉਹਨਾਂ ਦੀ ਮਦਦ ਕਰੂਗਾ ਕਿ ਉਹ ਡਾਇਰੈਕਟਲੀ ਆਪਣੇ ਫੇਵਰਿਟ ਅਕਾਊਂਟਸ ਦੇ ਵਿੱਚ ਪੈਸੇ ਸੈਂਡ ਕਰ ਸਕਦੇ ਨੇ। ਸੋ ਇਹ ਹੈ ਟਵਿੱਟਰ, ਆਪਸ਼ਨ ਬੀ। ਕਾਬਾਸੂਰਾ ਕੁਦੀਨਰ ਜਿਨ੍ਹਾਂ ਨੂੰ ਮਿਨਿਸਟਰੀ ਆਫ ਆਯੂਸ਼ ਡਿਸਟ੍ਰੀਬਿਊਸ਼ਨ ਕੈਂਪੇਨ ਦੇ ਅੰਦਰ ਇਨਕਲੂਡ ਕੀਤਾ ਗਿਆ ਸੀ, ਇੱਕ ਮੈਡੀਸਿਨ ਹੈ ਕਿਹੜੀ ਸਿਸਟਮ ਆਫ ਮੈਡੀਸਿਨ ਤੋਂ? ਸੋ ਕਾਬਾਸੂਰ ਕੁਦੀਨੀਰ ਮੈਡੀਸਿਨ ਹੈ ਸਿੱਧਾ ਕੈਟੇਗਰੀ ਦੀ, ਆਪਸ਼ਨ ਬੀ। ਜਿਵੇਂ ਅਲੱਗ-ਅਲੱਗ ਹੋਮੋਪੈਥੀ ਦੀਆਂ ਮੈਡੀਸਿਨ ਹੁੰਦੀਆਂ ਨੇ, ਆਯੁਰਵੇਦ ਦੀਆਂ, ਐਲੋਪੈਥੀ ਦੀਆਂ, ਉਸੇ ਤਰ੍ਹਾਂ ਕਾਬਾਸੂਰਾ ਜਿਹਨੂੰ ਇਨਕਲੂਡ ਕੀਤਾ ਗਿਆ ਮਿਨਿਸਟਰੀ ਆਫ ਆਯੂਸ਼ ਨੇ ਆਪਣੇ ਡਿਸਟ੍ਰੀਬਿਊਸ਼ਨ ਕੈਂਪੇਨ ਦੇ ਅੰਦਰ, ਇਹ ਦਵਾਈ ਸਿੱਧਾ ਸਿਸਟਮ ਆਫ ਮੈਡੀਸਿਨ ਦੇ ਨਾਲ ਰਿਲੇਟਡ ਹੈ। What is ਕੈਲੀਫੋਰਨੀਆ ਕੌਂਡਰ ਜਿਹੜਾ ਬਾਰ-ਬਾਰ ਨਿਊਜ਼ ਵਿੱਚ ਦੇਖਣ ਨੂੰ ਮਿਲ ਰਿਹਾ ਸੀ? ਸੋ ਕੈਲੀਫੋਰਨੀਆ ਕੌਂਡਰ ਇੱਕ ਬਰਡ ਸਪੀਸੀਜ਼ ਹੈ, very very important for all upcoming examination, option C। complex past diverse future ਕਿਹੜੇ important ਦਿਨ ਦਾ ਥੀਮ ਸੀਗਾ ਜਿਹਨੂੰ 18 ਅਪ੍ਰੈਲ ਨੂੰ ਸੈਲੀਬ੍ਰੇਟ ਕਰਦੇ ਹਾਂ? ਸੋ 18 ਅਪ੍ਰੈਲ ਨੂੰ ਜਿਹੜਾ ਸਪੈਸ਼ਲ ਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਉਹ ਹੈ ਵਰਲਡ ਹੈਰੀਟੇਜ ਡੇ, ਆਪਸ਼ਨ ਬੀ। ਤੇ ਸਾਲ 2021 ਦਾ ਵਰਲਡ ਹੈਰੀਟੇਜ ਡੇ ਦਾ ਥੀਮ ਸੀ ਕੰਪਲੈਕਸ ਪਾਸਟ ਡਾਈਵਰਸ ਫਿਊਚਰ। ਇੰਡੀਆ ਨੇ ਇੱਕ ਅਗਰੀਮੈਂਟ ਸਾਈਨ ਕੀਤਾ ਹੈ ਸਿਟੀਜ਼ ਕੰਬੈਟਿੰਗ ਪਲਾਸਟਿਕ ਐਂਟਰਿੰਗ ਦ ਮਰੀਨ ਇਨਵਾਇਰਨਮੈਂਟ। ਸੋ ਕਿਹੜੀ ਕੰਟਰੀ ਦੇ ਨਾਲ ਇਹ ਅਗਰੀਮੈਂਟ ਹੋਇਆ? ਜਰਮਨੀ ਦੇ ਨਾਲ, MOU ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਆਪਸ਼ਨ ਬੀ। ਸਿਵਾ ਸੁਬਰਾਮਨਿਅਮ ਰਾਮਨ who was making news recently, ਇਹਨਾਂ ਨੇ ਕਿਹੜੀ ਇੰਪੋਰਟੈਂਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਤੇ MD ਦੀ ਗੱਦੀ ਸੰਭਾਲੀ ਹੈ? ਸੋ he took over as chairman and MD of SIDBI, option B। ਜਗਨਨ ਵਿਦਿਆ ਦਿਵੇਨਾ ਸਕੀਮ ਕਿਹੜੀ ਸਟੇਟ ਨੇ ਇੰਪਲੀਮੈਂਟ ਕੀਤੀ ਹੈ? ਸੋ ਇਹਨੂੰ ਇੰਪਲੀਮੈਂਟ ਕੀਤਾ ਆਂਧਰਾ ਪ੍ਰਦੇਸ਼, ਆਪਸ਼ਨ ਬੀ। AIIPOIP ਗ੍ਰਾਂਟ ਪ੍ਰੋਗਰਾਮ ਇਹਨੂੰ ਲਾਂਚ ਕੀਤਾ ਆਸਟ੍ਰੇਲੀਆ ਨੇ, ਕਿਹੜੀ ਕੰਟਰੀ ਦੇ ਨਾਲ ਪਾਰਟਨਰਸ਼ਿਪ ਕਰਕੇ? ਸੋ ਇਹਨੂੰ ਕੀਤਾ ਇੰਡੀਆ ਦੇ ਨਾਲ ਪਾਰਟਨਰਸ਼ਿਪ ਕਰਕੇ, ਆਪਸ਼ਨ ਬੀ। ਕੋਵੀਰੈਪ ਟੈਕਨੋਲੋਜੀ ਕਿਹੜੇ ਇੰਸਟੀਚਿਊਟ ਨੇ ਡਿਵੈਲਪ ਕੀਤੀ ਹੈ? COVID-19 ਦੇ ਨਾਲ ਰਿਲੇਟਡ ਕਰੋਨਾ ਵਾਇਰਸ ਵੈਕਸੀਨਸ ਹੋ ਗਈਆਂ ਜਾਂ ਜਨਰਲ ਉਸ ਡਿਸੀਜ਼ ਨੂੰ ਲੈ ਕੇ
ਉਹਦੇ ਸਿੰਪਟਮਸ ਨੂੰ ਲੈ ਕੇ ਜਾਂ ਉਹਦੇ ਅਲੱਗ-ਅਲੱਗ ਵੇਰੀਐਂਟ ਨੂੰ ਲੈ ਕੇ ਜਿੰਨੇ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫੈਕਟਸ ਤਿਆਰ ਕਰ ਸਕਦੇ ਹੋ ਜ਼ਰੂਰ ਆਉਣ ਵਾਲੇ ਐਗਜ਼ਾਮਸ ਲਈ ਤਿਆਰ ਕਰੋ। ਕੋਵੀਰੈਪ ਟੈਕਨੋਲੋਜੀ ਨੂੰ ਡਿਵੈਲਪ ਕੀਤਾ ਸੀ IIT ਖੜਗਪੁਰ, ਆਪਸ਼ਨ ਸੀ। Sterlite copper smelter plant which was making news recently ਕਿਹੜੀ state ਜਾਂ ਫਿਰ UT ਵਿੱਚ situated ਹੈ? ਸੋ ਇਹ located ਹੈ ਤਮਿਲਨਾਡੂ, option C। Responding to COVID-19 pandemic leaving no country behind ਇੱਕ ਰਿਪੋਰਟ ਰਿਲੀਜ਼ ਕੀਤੀ ਸੀ ਕਿਹਨੇ? ਸੋ ਇਹਨੂੰ ਰਿਲੀਜ਼ ਕੀਤਾ ਸੀ ADB, UNDP, UNESCAP। ਸੋ ਇਹ ਤਿੰਨ ਇੰਪੋਰਟੈਂਟ ਆਰਗੇਨਾਈਜੇਸ਼ਨ ਦਾ ਨਾਮ ਤੁਸੀਂ ਯਾਦ ਰੱਖਣਾ ਹੈ। ਤੇ ਅੱਜ ਇਸ ਇੰਪੋਰਟੈਂਟ ਪਾਰਟ 6 ਸੀਰੀਜ਼ ਦਾ ਲਾਸਟ ਕੁਐਸਚਨ ਹੈ What is the smallest of all living rhinoceros? ਜਿੰਨੇ ਵੀ rhinoceros ਜ਼ਿੰਦਾ ਨੇ ਉਹਨਾਂ ਸਭ ਤੋਂ ਛੋਟਾ ਤੇ ਕੱਲਾ ਏਸ਼ੀਅਨ ਰਾਈਨੋਸੌਰ ਜਿਹਦੇ ਦੋ ਹੌਰਨਸ ਨੇ ਉਹ ਕਿਹੜਾ ਹੈ? ਸੋ ਉਹ ਹੈ ਸੁਮਤਰਨ ਰਾਈਨੋ। very important, so especially for those students this environment portion is very important or wildlife natural park related topics. Those students who are preparing for PPSC exams like upcoming Naib Tahsildar exam or for that matter cooperative inspector exam, you must focus on all these current issues related to environment and ecology. So this was all about. Thank you and good luck.